क्लास 9वीं विशा MS सक्सैस ਅਤੇ उपविशा टेबल्स। प्यारे विद्यार्थियों, ਅੱਜ ਆਪਾਂ ਕਰਾਂਗੇ ਪਾਠ 5 MS ਐਕਸੈਸ ਨਾਲ ਜਾਣ ਪਹਿਚਾਣ, ਜਿਸ ਵਿੱਚ ਅਸੀਂ ਪੜਾਂਗੇ उपविशा टेबल्स, ਜਿਸ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਮਝਾਵਾਂਗੀ ਟੇਬਲ ਤੋਂ ਕੀ ਭਾਵ ਹੈ। MS ਐਕਸੈਸ ਵਿੱਚ ਟੇਬਲ ਕਿੰਨੇ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ MS ਐਕਸੈਸ ਵਿੱਚ ਟੇਬਲ ਤੋਂ ਕੀ ਭਾਵ ਹੈ। ਪਿਆਰੇ ਵਿਦਿਆਰਥੀਓ, ਟੇਬਲ ਸ਼ਬਦ ਸਾਡੀ ਜ਼ਿੰਦਗੀ ਦਾ ਇੱਕ ਆਮ ਸ਼ਬਦ ਹੈ, ਪਰ ਇਹ ਸਾਡੀ ਆਮ ਜ਼ਿੰਦਗੀ ਨਾਲੋਂ ਬਿਲਕੁਲ ਭਿੰਨ ਹੈ, ਜੋ ਮੈਂ ਤੁਹਾਨੂੰ ਸਮਝਾਉਣ ਜਾ ਰਹੀ ਹਾਂ। MS ਐਕਸੈਸ ਵਿੱਚ ਟੇਬਲ ਆਪਣੀ ਅਸਲ ਜ਼ਿੰਦਗੀ ਵਿੱਚ ਪ੍ਰਯੋਗ ਹੋਣ ਵਾਲੇ ਟੇਬਲ ਨਾਲੋਂ ਬਿਲਕੁਲ ਭਿੰਨ ਹੈ, ਜੋ ਅਸੀਂ ਆਪਣੇ ਭੋਜਨ ਕਰਨ ਲਈ ਵਰਤਦੇ ਹਾਂ। ਐਕਸੈਸ ਵਿੱਚ ਟੇਬਲ ਤੋਂ ਭਾਵ ਹੈ ਰੋ ਅਤੇ ਕਾਲਮ ਦਾ ਬਣਿਆ ਹੋਇਆ ਇੱਕ ਢਾਂਚਾ, ਇੱਕ ਗ੍ਰਿਡ। ਪਿਆਰੇ ਵਿਦਿਆਰਥੀਓ, ਇਸ ਚਿੱਤਰ ਵਿੱਚ ਇੱਕ ਗ੍ਰਿਡ ਨਜ਼ਰ ਆ ਰਿਹਾ ਹੈ, ਜਿਸ ਵਿੱਚ ਰੋ ਅਤੇ ਕਾਲਮ ਤੁਹਾਨੂੰ ਦਿਖਾਈ ਦੇ ਰਹੇ ਹਨ। ਇਸ ਟੇਬਲ ਵਿੱਚ ਅਸੀਂ 4 ਕੰਪੋਨੈਂਟਸ ਨੂੰ ਮੁੱਖ ਤੌਰ ਤੇ ਪੜਾਂਗੇ। ਪਹਿਲਾ ਹੈ ਟੇਬਲ ਨੇਮ, TBL_sales ਲਿਖਿਆ ਹੋਇਆ ਹੈ। ਦੂਸਰਾ ਕਾਲਮ, ਤੀਸਰਾ ਰੋ ਅਤੇ ਚੌਥਾ ਸੈੱਲ। ਸਭ ਤੋਂ ਪਹਿਲਾਂ ਹੈ ਟੇਬਲ ਨੇਮ। ਇਹ ਕੀ ਚੀਜ਼ ਹੈ? ਇਹ ਸਾਡੇ ਬਣਾਏ ਹੋਏ ਟੇਬਲ ਦਾ ਨਾਮ ਹੈ। ਇਸ ਨਾਮ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਟੇਬਲ ਸੇਲਜ਼ ਨਾਲ ਸੰਬੰਧਿਤ ਹੈ, ਅਤੇ ਸੇਲ ਨੂੰ TBL ਭਾਵ ਟੇਬਲ ਦਾ ਨਾਮ ਇਸ ਲਈ ਲਿਖਿਆ ਹੈ ਕਿ ਪਤਾ ਲੱਗ ਜਾਵੇ ਕਿ ਇਹ ਐਕਸੈਸ ਵਿੱਚ ਬਣਿਆ ਹੋਇਆ ਟੇਬਲ ਹੈ। ਤਾਂ ਪਿਆਰੇ ਵਿਦਿਆਰਥੀਓ, ਟੇਬਲ ਤੁਸੀਂ ਪਿਛਲੀ ਤਸਵੀਰ ਵਿੱਚ ਦੇਖਿਆ ਹੀ ਹੈ। ਦੁਬਾਰਾ ਮੈਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਦੀ ਹਾਂ ਕਿ ਟੇਬਲ ਕੀ ਚੀਜ਼ ਹੈ। ਟੇਬਲ ਹੈ ਰੋ ਅਤੇ ਕਾਲਮ ਦਾ ਇੱਕ ਗ੍ਰਿਡ। ਤਾਂ ਇਹ ਜੋ ਐਰੋ ਨਜ਼ਰ ਆ ਰਿਹਾ ਹੈ, ਇਸ ਐਰੋ ਤੋਂ ਇਹ ਵਾਲੀ ਰੋ ਹੈ ਸਾਰੀ, ਇਸ ਨੂੰ ਅਸੀਂ ਰੋ ਆਖਦੇ ਹਾਂ, ਔਰ ਇਹਨਾਂ ਨੂੰ ਅਸੀਂ ਕਾਲਮ ਆਖਦੇ ਹਾਂ। ਤਾਂ ਮੇਰੇ ਇਸ ਟੇਬਲ ਵਿੱਚ 4 ਕਾਲਮ ਬਣੇ ਹੋਏ ਹਨ, ਤੁਸੀਂ ਦੇਖ ਰਹੇ ਹੋ। ਇੰਪਲੋਈ, ਪ੍ਰੋਡਕਟ, ਪ੍ਰਾਈਸ, ਸੇਲਸ ਨੰਬਰ, ਇਹ 4 ਕਾਲਮ ਹਨ, ਅਤੇ 1 2 3 4 5 ਰੋ ਹਨ। ਤਾਂ ਪਿਆਰੇ ਵਿਦਿਆਰਥੀਓ, ਟੇਬਲ ਵਿੱਚ ਰੋ ਅਤੇ ਕਾਲਮ ਹੁੰਦੇ ਹਨ, ਇਹ ਮੈਂ ਤੁਹਾਨੂੰ ਦੱਸਿਆ ਹੈ। ਤਾਂ ਅੱਗੇ ਆਪਾਂ ਦੱਸ ਰਹੀ ਹਾਂ ਤੁਹਾਨੂੰ ਕਿ ਟੇਬਲ ਨੇਮ ਕੀ ਹੈ। ਟੇਬਲ ਨੇਮ ਟੇਬਲ ਦਾ ਨਾਮ ਹੁੰਦਾ ਹੈ। ਇਸ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਟੇਬਲ ਨੂੰ TBL ਸੇਲਜ਼ ਨਾਮ ਦਿੱਤਾ ਹੋਇਆ ਹੈ। MS ਐਕਸੈਸ ਵਿੱਚ ਜਦੋਂ ਅਸੀਂ ਟੇਬਲ ਬਣਾਉਂਦੇ ਹਾਂ, ਤਾਂ ਟੇਬਲ ਜਿੰਨੇ ਵੀ ਅਸੀਂ ਬਣਾਵਾਂਗੇ, ਜਿੰਨੇ ਵੀ ਅਸੀਂ ਟੇਬਲ ਕ੍ਰੀਏਟ ਕਰਾਂਗੇ, ਉਹਨਾਂ ਦੀ ਇੱਕ ਲਿਸਟ ਤਿਆਰ ਹੁੰਦੀ ਹੈ। ਤਾਂ ਲਿਸਟ ਵਿੱਚੋਂ ਤੁਸੀਂ ਆਪਣੀ ਚੁਆਇਸ ਦਾ ਜੋ ਟੇਬਲ ਬਣਾਇਆ ਹੈ, ਉਸਨੂੰ ਕਿਵੇਂ ਫਾਈਂਡ ਆਊਟ ਕਰਨਾ ਹੈ, ਤਾਂ ਉਸ ਦਾ ਪਤਾ ਉਸਦੇ ਨਾਮ ਤੋਂ ਹੀ ਲੱਗਦਾ ਹੈ। ਤਾਂ ਇਹ ਟੇਬਲ ਜੋ ਬਣਿਆ ਹੋਇਆ ਹੈ, ਇਹ ਟੇਬਲ ਸੇਲਜ਼ ਦੇ ਨਾਮ ਨਾਲ ਸੰਬੰਧਿਤ ਹੈ। ਮਤਲਬ ਇਸ ਟੇਬਲ ਵਿੱਚ ਅਸੀਂ ਸੇਲਜ਼ ਦਿਖਾਈਆਂ ਹੋਈਆਂ ਹੈ ਸਾਰੀ, ਜਿਵੇਂ ਸਨੀਕਰ ਹੈ, ਸਲੀਪਰ ਹੈ, ਹੀਲ ਹੈ, ਡਰੈਸ ਹੈ। ਤਾਂ ਇਹ ਪ੍ਰੋਡਕਟਸ ਦੇ ਨਾਮ ਨੇ। ਇਹਨਾਂ ਪ੍ਰੋਡਕਟਸ ਦੀ ਪ੍ਰਾਈਸ ਸ਼ੋ ਕੀਤੀ ਹੋਈ ਹੈ, ਕਿੰਨੀ ਸੇਲ ਹੋਈ ਹੈ ਉਹ ਸ਼ੋ ਕੀਤੀ ਹੋਈ ਹੈ। ਇੰਪਲਾਈ ਦਾ ਨਾਮ ਹੈ ਕਿ ਉਸਨੇ ਕਿੰਨੀ ਸੇਲ ਸ਼ੋ ਕੀਤੀ ਹੈ। ਤਾਂ ਇਸ ਟੇਬਲ ਨੂੰ ਟੇਬਲ ਸੇਲਜ਼ ਨਾਮ ਆਪਾਂ ਸ਼ੋ ਕਰਤਾ, ਤਾਂ ਕਿ ਪਤਾ ਲੱਗ ਜਾਏ ਕਿ ਟੇਬਲ ਕਿਸ ਨਾਲ ਸੰਬੰਧਿਤ ਹੈ।
ਤਾਂ ਅੱਗੇ ਕਰਦੇ ਹਾਂ ਟੇਬਲ ਨੇਮ। ਇਹ ਸਾਡੇ ਬਣਾਏ ਹੋਏ ਟੇਬਲ ਦਾ ਨਾਮ ਹੈ। ਇਸ ਨਾਮ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਟੇਬਲ ਸੇਲ ਨਾਲ ਸੰਬੰਧਿਤ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ। ਅੱਗੇ ਕਰਾਂਗੇ ਕਾਲਮ। ਕਾਲਮ ਕੀ ਹੈ? ਕਾਲਮ ਹੈ ਵਰਟੀਕਲ ਸੈਕਸ਼ਨ, ਭਾਵ ਖੜਮਾ ਭਾਗ, ਜਿਸ ਨੂੰ ਇੱਕ ਲੇਬਲ ਦਿੱਤਾ ਜਾਂਦਾ ਹੈ ਜੋ ਕਿ ਇਹੀ ਦੱਸਦਾ ਹੈ ਕਿ ਕਾਲਮ ਵਿੱਚ ਕਿਸ ਤਰ੍ਹਾਂ ਦੀ ਜਾਣਕਾਰੀ ਅਸੀਂ ਭਰ ਰਹੇ ਹਾਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪ੍ਰੋਡਕਟ ਨਾਮ ਦਾ ਜੋ ਕਾਲਮ ਸੀ ਉਸ ਵਿੱਚ ਸ਼ੂਜ਼ ਦੀ ਵੈਰਾਈਟੀ ਸ਼ੋ ਕੀਤੀ ਹੋਈ ਹੈ, ਤਾਂ ਇਸ ਕਰਕੇ ਉਸ ਦਾ ਜੋ ਹੈਡਿੰਗ ਦਿੱਤਾ ਹੋਇਆ ਹੈ ਉੱਪਰ ਉਹ ਪ੍ਰੋਡਕਟ ਦਿੱਤਾ ਹੋਇਆ ਹੈ। ਇੱਕ ਦੇ ਵਿੱਚ ਇੰਪਲੋਈ ਦਿੱਤਾ ਹੋਇਆ। ਇੱਕ ਵਾਰ ਮੈਂ ਤੁਹਾਨੂੰ ਫਿਰ ਦਿਖਾ ਦਿੰਦੀ ਹਾਂ ਕਿ ਕਿਸ ਤਰ੍ਹਾਂ ਦਾ ਇਹ ਜੋ ਕਾਲਮ ਹੈ ਉਸ ਦਾ ਫੀਲਡ ਨੇਮ ਕੀ ਹੁੰਦਾ ਹੈ। ਦੁਬਾਰਾ ਦੇਖਦੇ ਹਾਂ। ਸਭ ਤੋਂ ਪਹਿਲਾ ਜੋ ਕਾਲਮ ਹੈ ਉਸ ਕਾਲਮ ਦੇ ਵਿੱਚ ਇੰਪਲੋਈ ਨਾਮ ਦਿੱਤਾ ਹੋਇਆ ਹੈ, ਦੂਸਰੇ ਵਿੱਚ ਪ੍ਰੋਡਕਟ, ਤੀਸਰੇ ਵਿੱਚ ਪ੍ਰਾਈਸ, ਚੌਥੇ ਵਿੱਚ ਸੇਲਸ ਨੇਮ। ਤਾਂ ਹਰ ਇੱਕ ਕਾਲਮ ਨੂੰ ਜਦੋਂ ਉੱਪਰ ਅਸੀਂ ਉਸਨੂੰ ਨਾਮ ਦਿੰਦੇ ਹਾਂ ਤਾਂ ਉਹ ਇੱਕ ਲੇਬਲ ਹੁੰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਾਲਮ ਦੇ ਵਿੱਚ ਕੀ ਸ਼ੋ ਹੋ ਰਿਹਾ ਹੈ। ਤਾਂ ਪਹਿਲੇ ਕਾਲਮ ਦੇ ਵਿੱਚ ਇੰਪਲੋਈ ਦਾ ਨਾਮ, ਇਸ ਲਈ ਉਸਨੂੰ ਇੰਪਲੋਈ ਨੇਮ ਦੇ ਦਿੱਤਾ। ਇਸ ਵਿੱਚ ਪ੍ਰੋਡਕਟ ਸ਼ੋ ਹੋ ਰਹੇ ਨੇ ਤਾਂ ਪ੍ਰੋਡਕਟ ਇਸ ਦਾ ਆਪਾਂ ਹੈਡਿੰਗ ਬਣਾ ਲਿਆ। ਇਸ ਵਿੱਚ ਪ੍ਰਾਈਸ ਸ਼ੋ ਹੋ ਰਹੀ ਹੈ ਤਾਂ ਪ੍ਰਾਈਸ ਦਾ ਹੈਡਿੰਗ ਬਣਾ ਲਿਆ। ਇਸ ਵਿੱਚ ਸੇਲ ਨੰਬਰ ਸ਼ੋ ਹੋ ਰਹੇ ਨੇ ਤਾਂ ਸੇਲ ਨੰਬਰ ਦਾ ਹੈਡਿੰਗ ਬਣਾ ਲਿਆ। ਤਾਂ ਇਸ ਤਰ੍ਹਾਂ ਜੋ ਅਸੀਂ ਹੈਡਿੰਗਸ ਬਣਾਏ ਨੇ ਇਹਨਾਂ ਨੂੰ ਅਸੀਂ ਬੋਲਦੇ ਹਾਂ ਫੀਲਡ ਨੇਮ। ਇਹਨਾਂ ਨੂੰ ਅਸੀਂ ਬੋਲਾਂਗੇ ਫੀਲਡ ਨੇਮ, ਭਾਵ ਇਸ ਫੀਲਡ ਵਿੱਚ ਕੀ ਫਿਲ ਕੀਤਾ ਹੋਇਆ ਹੈ, ਇਸ ਵਿੱਚ ਕੀ ਫਿਲ ਕੀਤਾ ਹੋਇਆ ਹੈ, ਪ੍ਰਾਈਸ ਵਿੱਚ ਕੀ ਫਿਲ ਕੀਤਾ ਹੋਇਆ ਹੈ, ਸੇਲ ਨੰਬਰ ਵਿੱਚ ਕੀ ਫਿਲ ਕੀਤਾ ਹੋਇਆ ਹੈ। ਤਾਂ ਇਹ ਸਨ ਫੀਲਡ ਨੇਮ, ਕਾਲਮ ਨੂੰ ਦਿੱਤਾ ਜਾਣ ਵਾਲਾ ਇੱਕ ਨਾਮ ਜਿਸ ਨਾਲ ਪਤਾ ਲੱਗਦਾ ਹੈ ਕਿ ਕਾਲਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੀ ਜਾਣਕਾਰੀ ਭਰੀ ਹੋਈ ਹੈ। ਅੱਗੇ ਦੇਖਦੇ ਹਾਂ ਕਿ ਅਸੀਂ ਟੇਬਲ ਨੇਮ ਸਮਝ ਲਿਆ ਹੈ, ਕਾਲਮ ਸਮਝ ਲਿਆ ਹੈ। ਤੀਸਰਾ ਜੋ ਹੈ ਉਹ ਹੈ ਰੋ। ਰੋ ਕੀ ਹੁੰਦੀ ਹੈ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ। ਹੌਰੀਜ਼ੌਨਟਲ ਸੈਕਸ਼ਨ, ਭਾਵ ਲੇਟਵਾਂ ਭਾਗ ਇੱਕ ਰੋ ਹੁੰਦੀ ਹੈ। ਇੱਕ ਰੋ ਇੱਕ ਰਿਕਾਰਡ ਨੂੰ ਸਾਂਭ ਕੇ ਰੱਖਦੀ ਹੈ, ਭਾਵ ਇੱਕ ਰੋ ਵਿੱਚ ਦਿੱਤਾ ਡਾਟਾ ਰਿਕਾਰਡ ਬਣ ਜਾਂਦਾ ਹੈ। ਇੱਕ ਰੋ ਦੇ ਵਿੱਚ ਦਿੱਤਾ ਹੋਇਆ ਡਾਟਾ ਰਿਕਾਰਡ ਬਣ ਜਾਂਦਾ ਹੈ। ਜਿਵੇਂ ਜੇ ਅਸੀਂ ਸਟੂਡੈਂਟ ਦਾ ਸਾਰਾ ਡਾਟਾ ਫਿਲ ਕਰ ਰਹੇ ਹਾਂ ਤਾਂ ਇੱਕ ਇੱਕ ਰੋ ਦੇ ਵਿੱਚ ਜੇ ਅਸੀਂ ਸਟੂਡੈਂਟ ਦਾ ਡਾਟਾ ਭਰਦੇ ਹਾਂ, 10 ਸਟੂਡੈਂਟ ਸਾਡੇ ਕੋਲ ਨੇ, ਤਾਂ ਇੱਕ ਸਟੂਡੈਂਟ ਦਾ ਅਸੀਂ ਡੇਟ ਆਫ ਬਰਥ, ਉਸਦਾ ਨਾਮ, ਫਾਦਰ ਨੇਮ, ਮਦਰ ਨੇਮ ਜੋ ਵੀ ਫਿਲ ਕਰਦੇ ਹਾਂ ਤਾਂ ਪੂਰੀ ਰੋ ਦੇ ਵਿੱਚ ਜੋ ਉਸਦਾ ਡਾਟਾ ਅਸੀਂ ਫਿਲ ਕਰਦੇ ਹਾਂ ਉਸ ਨੂੰ ਅਸੀਂ ਇੱਕ ਰਿਕਾਰਡ ਬੋਲਦੇ ਹਾਂ। ਇਸੇ ਤਰੀਕੇ ਨਾਲ ਸੈੱਲ। ਸੈੱਲ ਕੀ ਹੈ? ਸੈੱਲ ਹੈ ਰੋ ਅਤੇ ਕਾਲਮ ਦਾ ਕਾਟ ਖੇਤਰ। ਰੋ ਅਤੇ ਕਾਲਮ ਆਪਸ ਵਿੱਚ ਜਿੱਥੇ ਕੱਟਦੇ ਨੇ ਉਸ ਨੂੰ ਅਸੀਂ ਸੈੱਲ ਆਖਦੇ ਹਾਂ। ਤਾਂ ਇਹ ਚਾਰੋਂ ਕੰਪੋਨੈਂਟਸ ਮੈਂ ਤੁਹਾਨੂੰ ਸਮਝਾਏ ਹਨ। ਇੱਕ ਵਾਰ ਦੁਬਾਰਾ ਮੈਂ ਤੁਹਾਨੂੰ ਉਸੇ ਟੇਬਲ 'ਤੇ ਲੈ ਕੇ ਚੱਲਦੀ ਹਾਂ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਹਨਾਂ ਤੋਂ ਜਾਣੂ ਹੋ ਜਾਓ। ਕਿਸੇ ਵੀ ਕੰਪੋਨੈਂਟਸ ਤੋਂ ਤੁਹਾਨੂੰ ਇਹ ਨਾ ਹੋਵੇ ਕਿ ਤੁਹਾਨੂੰ ਕੁਝ ਸਮਝ ਨਹੀਂ ਆਇਆ। ਦੁਬਾਰਾ ਇੱਕ ਵਾਰ ਤੁਹਾਨੂੰ ਫਿਰ ਦੱਸਦੀ ਹਾਂ। ਸਭ ਤੋਂ ਉੱਪਰ ਹੈ ਟੇਬਲ ਦਾ ਨਾਮ, ਨੀਚੇ 4 ਕਾਲਮ ਜਿਸ ਨੂੰ ਅਸੀਂ ਹੈਡਿੰਗਸ ਦਿੱਤੇ ਹੋਏ ਨੇ, ਇਹਨਾਂ ਨੂੰ ਅਸੀਂ ਫੀਲਡ ਨੇਮ ਬੋਲਦੇ ਹਾਂ। ਇਹ 5 ਰੋ ਨੇ। ਹਰ ਇੱਕ ਰੋ ਲੇਟਵੇਂ ਤਰੀਕੇ ਵਿੱਚ ਹੁੰਦੀ ਹੈ ਅਤੇ ਕਾਲਮ ਖੜਵੇਂ ਰੂਪ ਵਿੱਚ ਦਿਖਾਈ ਦਿੰਦੇ ਹਨ। ਜਦੋਂ ਇੱਕ ਰੋ ਦੇ ਵਿੱਚ ਡਾਟਾ ਫਿਲ ਹੁੰਦਾ ਹੈ ਤਾਂ ਉਸ ਨੂੰ ਰਿਕਾਰਡ ਬੋਲਿਆ ਜਾਂਦਾ ਹੈ। ਜਿਵੇਂ ਇੰਪਲਾਈ ਬੌਬ ਨੇ ਸਨੀਕਰ ਪ੍ਰੋਡਕਟਸ ਦੀ ਪ੍ਰਾਈਸ $40, ਕਿੰਨੀ ਉਹਨੇ ਸੇਲ ਕੀਤੀ? 1। ਤਾਂ ਇਸੇ ਤਰ੍ਹਾਂ ਦੂਸਰੀ ਰੋ, ਤੀਸਰੀ ਰੋ, ਚੌਥੀ ਰੋ, ਪੰਜਵੀਂ ਰੋ। ਤਾਂ ਇਹ ਸੀ ਰੋ, ਇਹ ਸੀ ਕਾਲਮ। ਅੱਗੇ ਕਰਦੇ ਹਾਂ ਆਪਾਂ ਕਿ ਸੈੱਲ ਕੀ ਹੈ।
ਸੈੱਲ ਹੈ ਰੋ ਅਤੇ ਕਾਲਮ ਦਾ ਕਾਟ ਖੇਤਰ। ਇਹ ਰੋ ਹੈ, ਇਹ ਕਾਲਮ ਹੈ। ਇਸ ਬਾਕਸ ਵਿੱਚ ਜਿੱਥੇ ਆਪਸ 'ਚ ਕੱਟਦੇ ਨੇ ਇਹਨਾਂ ਨੂੰ ਅਸੀਂ ਸੈੱਲ ਬੋਲਦੇ ਹਾਂ। ਇਹ ਸਭ ਸੈੱਲ ਹਨ। ਤਾਂ ਤੁਸੀਂ ਇਸ ਤੋਂ ਭਲੀ ਭਾਂਤੀ ਜਾਣੂ ਹੋ ਗਏ ਹੋਵੋਗੇ ਕਿ ਸੈੱਲ ਕੀ ਹੈ, ਕਾਲਮ ਕੀ ਹੈ। ਇਹ 4 ਕੰਪੋਨੈਂਟਸ ਹਨ ਜਿਨ੍ਹਾਂ ਤੋਂ ਮੈਂ ਤੁਹਾਨੂੰ ਵਾਕਿਫ ਕਰਾਇਆ ਹੈ। ਅੱਗੇ ਕਰਦੇ ਹਾਂ ਆਪਾਂ ਇਸ ਦੇ ਅਗਲੇ ਟੌਪਿਕਸ, ਜਿਸ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ MS ਐਕਸੈਸ ਵਿੱਚ ਟੇਬਲ ਕਿੰਨੇ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਧਿਆਨ ਨਾਲ ਸੁਣਨਾ ਹੈ ਬੇਟਾ ਕਿ ਟੇਬਲ ਨੂੰ ਅਸੀਂ ਕਿੰਨੇ ਤਰੀਕਿਆਂ ਨਾਲ ਬਣਾ ਸਕਦੇ ਹਾਂ। ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਈ ਦੇ ਰਿਹਾ ਹੈ, ਟੇਬਲ 3 ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਕ੍ਰੀਏਟ ਟੇਬਲ ਇਨ ਡਿਜ਼ਾਈਨ ਵਿਊ, ਕ੍ਰੀਏਟ ਟੇਬਲ ਬਾਈ ਯੂਜ਼ਿੰਗ ਵਿਜ਼ਾਰਡ, ਕ੍ਰੀਏਟ ਟੇਬਲ ਬਾਈ ਐਂਟਰਿੰਗ ਡਾਟਾ। ਡਿਜ਼ਾਈਨ ਵਿਊ ਇੱਕ ਡਿਜ਼ਾਈਨ ਤਿਆਰ ਕੀਤਾ ਹੈ, ਉਸ ਨੂੰ ਅਸੀਂ ਸਿਲੈਕਟ ਕਰਕੇ ਟੇਬਲ ਤਿਆਰ ਕਰ ਸਕਦੇ ਹਾਂ। ਵਿਜ਼ਾਰਡ ਵਿਊ ਵਿੰਡੋਜ਼ ਦਿੱਤੀਆਂ ਹੁੰਦੀਆਂ ਹਨ, ਸਟੈਪ ਬਾਏ ਸਟੈਪ ਅਸੀਂ ਉਸ ਨੂੰ ਚੁੱਕਦੇ ਜਾਂਦੇ ਹਾਂ, ਨੈਕਸਟ 'ਤੇ ਕਲਿੱਕ ਕਰਦੇ ਜਾਂਦੇ ਹਾਂ ਤਾਂ ਟੇਬਲ ਕ੍ਰੀਏਟ ਹੋ ਜਾਂਦਾ ਹੈ। ਅੱਗੇ ਹੈ ਐਂਟਰਿੰਗ ਡਾਟਾ। ਡਾਇਰੈਕਟ ਅਸੀਂ ਜੋ ਫੀਲਡ ਸਿਲੈਕਟ ਕਰਨੇ ਹਨ, ਜੋ ਵੀ ਅਸੀਂ ਫਿਲ ਕਰਨਾ ਹੈ ਟੇਬਲ ਦੇ ਵਿੱਚ, ਉਹ ਅਸੀਂ ਡਾਇਰੈਕਟ ਹੀ ਟੇਬਲ ਤਿਆਰ ਕਰ ਲੈਂਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਟੇਬਲ ਨੂੰ ਡਿਜ਼ਾਈਨ ਵਿਊ ਰਾਹੀਂ ਕਿਵੇਂ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਹੈ, ਇੱਕ ਟੇਬਲ ਦੀ ਪਿਕਚਰ ਦਿਖਾਈ ਸੀ, ਉਸ ਦੇ ਵਿੱਚ ਇੰਪਲੋਈ, ਪ੍ਰੋਡਕਟ, ਪ੍ਰਾਈਸ, ਸੇਲਸ ਨੰਬਰ ਅਸੀਂ ਸ਼ੋਅ ਕੀਤੇ ਹੋਏ ਸੀ ਅਤੇ ਡਾਟਾ ਫਿਲ ਕੀਤਾ ਹੋਇਆ ਸੀ। ਉਹ ਇੱਕ ਟੇਬਲ ਬਣਿਆ ਹੋਇਆ ਸੀ, ਪਰ ਹੁਣ ਅਸੀਂ ਉਸ ਟੇਬਲ ਵਿੱਚ ਡਾਟਾ ਵੀ ਭਰਿਆ ਹੋਇਆ ਸੀ, ਪਰ ਹੁਣ ਅਸੀਂ ਸਿਰਫ ਟੇਬਲ ਕ੍ਰੀਏਟ ਕਰਨਾ ਹੈ। ਇੱਕ ਗੱਲ ਧਿਆਨ ਰੱਖਣੀ ਹੈ ਕਿ ਮੈਂ ਪਹਿਲਾਂ ਤੁਹਾਨੂੰ ਟੇਬਲ ਕਿਸ ਤਰ੍ਹਾਂ ਬਣਾਉਣੇ ਹਨ, ਕਿੰਨੇ ਤਰੀਕਿਆਂ ਨਾਲ ਬਣਾਉਣੇ ਹਨ, ਉਹ ਸਮਝਾ ਰਹੀ ਹਾਂ। ਟੇਬਲ ਵਿੱਚ ਡਾਟਾ ਅਸੀਂ ਬਾਅਦ ਵਿੱਚ ਐਂਟਰ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਆਪਸ਼ਨ ਕ੍ਰੀਏਟ ਟੇਬਲ ਯੂਜ਼ਿੰਗ ਡਿਜ਼ਾਈਨ ਵਿਊ ਦੇ ਵਿੱਚ 2 ਜੋ ਆਪਾਂ ਨੂੰ ਕਾਲਮ ਨਜ਼ਰ ਆ ਰਹੇ ਹਨ। ਪਹਿਲਾ ਹੈ ਫੀਲਡ ਨੇਮ ਅਤੇ ਦੂਸਰਾ ਹੈ ਡਾਟਾ ਟਾਈਪ। ਡਾਟਾ ਟਾਈਪ ਅਤੇ ਫੀਲਡ ਨੇਮ। ਫੀਲਡ ਨੇਮ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ। ਦੂਸਰਾ ਹੈ ਡਾਟਾ ਟਾਈਪ। ਡਾਟਾ ਟਾਈਪ ਜੋ ਕਿ ਆਪਣੇ ਨਾਮ ਤੋਂ ਹੀ ਬਹੁਤ ਕੁਝ ਸਮਝਾ ਰਹੀ ਹੈ, ਡਾਟੇ ਦੀ ਕਿਸਮ। ਇਸ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਡਾਟਾ ਕਿਸ ਕਿਸਮ ਦਾ ਅਸੀਂ ਆਪਣੇ ਟੇਬਲ ਵਿੱਚ ਐਂਟਰ ਕਰਨਾ ਹੈ। ਜਿਵੇਂ ਕਿ ਸਭ ਤੋਂ ਪਹਿਲਾ ਫੀਲਡ ਹੈ ਇੰਪਲੋਈ। ਇੰਪਲੋਈ ਦਾ ਜਦੋਂ ਅਸੀਂ ਨਾਮ ਫਿਲ ਕਰਨਾ ਹੈ ਤਾਂ ਉਸ ਨੂੰ ਅਸੀਂ A ਤੋਂ Z ਤੱਕ ਦੇ ਅੱਖਰ ਵਰਤ ਕੇ ਉਸ ਦਾ ਨਾਮ ਭਰਿਆ ਹੈ, ਤਾਂ ਇਸ ਨੂੰ ਅਸੀਂ ਟੈਕਸਟ ਵਿੱਚ ਲੈਂਦੇ ਹਾਂ। ਉਸੇ ਤਰ੍ਹਾਂ ਪ੍ਰੋਡਕਟ, ਇਸ ਨੂੰ ਵੀ ਅਸੀਂ ਟੈਕਸਟ ਵਿੱਚ ਲੈਂਦੇ ਹਾਂ। ਪ੍ਰਾਈਸ ਦੀ ਡਾਟਾ ਟਾਈਪ ਹੈ ਕਰੰਸੀ। ਕਰੰਸੀ ਦੇ ਵਿੱਚ ਅਸੀਂ ਇਸ ਨੂੰ ਸ਼ੋਅ ਕੀਤਾ ਹੋਇਆ ਹੈ। ਇੰਡੀਅਨ ਕਰੰਸੀ ਵੀ ਹੋ ਸਕਦੀ ਹੈ, ਫੋਰਨ ਕਰੰਸੀ ਵੀ ਹੋ ਸਕਦੀ ਹੈ। ਸੇਲ ਨੰਬਰ ਫੀਲਡ ਵਿੱਚ ਅਸੀਂ ਨੰਬਰ ਭਰੇ ਹਨ, ਤਾਂ ਡਾਟਾ ਟਾਈਪ ਕੀ ਹੈ? ਨੰਬਰ। ਇਹ ਆਪਸ਼ਨ ਜੋ ਹੈ ਇਹ ਇਸ ਡਿਜ਼ਾਈਨ ਵਿਊ ਦੇ ਵਿੱਚ ਇੱਕ ਐਰੋ ਬਣ ਕੇ ਆਉਂਦਾ ਹੈ, ਜਿਸ ਦੇ ਵਿੱਚ ਅਸੀਂ ਖੁਦ ਹੀ ਇਸ ਨੂੰ ਸਿਲੈਕਟ ਕਰਨਾ ਹੁੰਦਾ ਹੈ। ਡਾਟਾ ਟਾਈਪ ਨੂੰ ਬਹੁਤ ਸਾਰੀਆਂ ਡਾਟਾ ਟਾਈਪ ਸ਼ੋਅ ਕੀਤੀਆਂ ਹੁੰਦੀਆਂ ਹਨ, ਜਿਸ ਨੂੰ ਅਸੀਂ ਸਿਰਫ ਸਿਲੈਕਟ ਕਰਨਾ ਹੈ ਤਾਂ ਖੁਦ ਹੀ ਆਪਣੇ ਫੀਲਡ ਦੇ ਵਿੱਚ ਐਡ ਹੋ ਜਾਂਦੀਆਂ ਹਨ। ਅੱਗੇ ਅਸੀਂ ਕਰਦੇ ਹਾਂ ਕਿ ਟੇਬਲ ਨੂੰ ਵਿਜ਼ਾਰਡ ਦੇ ਰਾਹੀਂ ਕਿਵੇਂ ਬਣਾਉਣਾ ਹੈ। ਇਸ ਆਪਸ਼ਨ ਦੇ ਵਿੱਚ ਜਦੋਂ ਅਸੀਂ ਇਹ ਆਪਸ਼ਨ ਸਿਲੈਕਟ ਕਰਦੇ ਹਾਂ ਤਾਂ ਚਿੱਤਰ ਵਿੱਚ ਦਿਖਾਏ ਅਨੁਸਾਰ ਇੱਕ ਵਿੰਡੋ ਓਪਨ ਹੁੰਦੀ ਹੈ, ਜਿਸ ਵਿੱਚ ਇਸ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਕਿ 3 ਐਰੋ ਬਣਾ ਕੇ ਲਿਖਿਆ ਹੋਇਆ ਹੈ। ਪਹਿਲੇ ਵਿੱਚ ਟੇਬਲ, ਦੂਸਰੇ ਵਿੱਚ ਇੱਥੇ ਟੇਬਲਸ ਬਣੇ ਹੋਏ ਹਨ 2, ਤੀਸਰੇ ਵਿੱਚ ਨੈਕਸਟ ਬਟਨ 'ਤੇ ਕਲਿੱਕ ਕਰਦੇ ਹਾਂ। ਤਾਂ ਜਦੋਂ ਅਸੀਂ ਟੇਬਲ ਬਣਾਉਣਾ ਹੈ ਤਾਂ ਇੱਥੋਂ ਰੇਡੀਓ ਬਟਨ, ਇਹ ਜੋ ਗੋਲ ਇੱਥੇ ਬਟਨ ਨਜ਼ਰ ਆ ਰਹੇ ਨੇ, ਇਹਨਾਂ ਨੂੰ ਅਸੀਂ ਰੇਡੀਓ ਬਟਨ ਬੋਲਦੇ ਹਾਂ। ਇਹਨਾਂ ਰੇਡੀਓ ਬਟਨਸ ਦੇ ਵਿੱਚੋਂ ਅਸੀਂ ਟੇਬਲ ਰੇਡੀਓ ਬਟਨ ਦੇ ਉੱਪਰ ਅਸੀਂ ਕਲਿੱਕ ਕਰਦੇ ਹਾਂ। ਇਸ 'ਤੇ ਤਾਂ ਕਲਿੱਕ ਕੀਤਾ ਹੈ ਕਿਉਂਕਿ ਅਸੀਂ ਟੇਬਲ ਬਣਾ ਰਹੇ ਹਾਂ। ਤਾਂ ਉੱਪਰ 2 ਟੇਬਲ ਪਹਿਲਾਂ ਤੋਂ ਹੀ ਸ਼ੋਅ ਹੋ ਰਹੇ ਹਨ, ਸਟੂਡੈਂਟ ਟੇਬਲ
ਤਾਂ ਇਸ ਦੇ ਉੱਪਰ ਇੱਕ ਹੋਰ ਟੇਬਲ ਨਜ਼ਰ ਆ ਰਿਹਾ ਹੈ ਡਿਪਾਰਟਮੈਂਟਸ। ਤਾਂ ਇਹਨਾਂ ਵਿੱਚੋਂ ਦੋਨਾਂ ਟੇਬਲ ਵਿੱਚੋਂ ਜੋ ਵੀ ਤੁਸੀਂ ਟੇਬਲ ਬਣਾਉਣਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰਕੇ ਤੀਸਰੇ ਸਟੈਪ ਵਿੱਚ ਅਸੀਂ ਨੈਕਸਟ 'ਤੇ ਕਲਿੱਕ ਕਰ ਦੇਵਾਂਗੇ। ਉਸ ਤੋਂ ਅੱਗੇ ਇੱਕ ਹੋਰ ਵਿੰਡੋ ਤੁਹਾਨੂੰ ਨਜ਼ਰ ਆਵੇਗੀ। ਇਸ ਵਿੰਡੋ ਵਿੱਚ ਅਸੀਂ ਦੇਖਦੇ ਹਾਂ ਕਿ ਫੀਲਡ ਦੀ ਚੋਣ ਕਰਾਂਗੇ। ਜਿਵੇਂ ਚਿੱਤਰ ਵਿੱਚ ਦਿਖਾਏ ਅਨੁਸਾਰ ਡਿਪਾਰਟਮੈਂਟ ਟੇਬਲ ਸਿਲੈਕਟ ਕੀਤਾ ਸੀ, ਡਿਪਾਰਟਮੈਂਟ ਦੇ ਨਾਲ ਸੰਬੰਧਿਤ ਅਸੀਂ ਫੀਲਡ ਐਡ ਕਰਨੇ ਨੇ। ਤਾਂ ਇੱਧਰਲੀ ਸਾਈਡ ਇੱਕ ਨੰਬਰ 'ਤੇ ਫੀਲਡ ਦੇ ਨੇਮ ਆਉਣਗੇ, ਉਹਨਾਂ ਨੂੰ ਅਸੀਂ ਐਰੋ ਦੇ ਨਾਲ, ਜੋ ਇੱਥੇ ਐਰੋ ਸ਼ੋ ਹੋ ਰਿਹਾ ਹੈ ਦੂਸਰੀ ਤਸਵੀਰ ਦੇ ਵਿੱਚ, ਇਸ ਐਰੋ ਦੇ ਨਾਲ ਐਡ ਕਰਦੇ ਜਾਵਾਂਗੇ ਤਾਂ ਇਹ ਇਸ ਲਿਸਟ ਦੇ ਵਿੱਚ ਆਪਣੇ ਆਪ ਸ਼ੋ ਹੋ ਜਾਣਗੇ। ਜਿੰਨੇ ਵੀ ਫੀਲਡ ਅਸੀਂ ਐਡ ਕਰਦੇ ਜਾਵਾਂਗੇ ਉਹ ਸਾਰੇ ਦੇ ਸਾਰੇ ਫੀਲਡ ਇਸ 3 ਨੰਬਰ ਬਾਕਸ ਦੇ ਵਿੱਚ ਨਜ਼ਰ ਆਉਣਗੇ। ਤਾਂ ਇਹ ਸੀ ਦੂਸਰਾ ਵਿਜ਼ਾਰਡ ਦਾ ਸਟੈਪ। ਅੱਗੇ ਅਸੀਂ ਕਰਦੇ ਹਾਂ ਵਿਜ਼ਾਰਡ ਦਾ ਤੀਸਰਾ ਸਟੈਪ, ਜਿਸ ਦੇ ਵਿੱਚ ਅਸੀਂ ਆਪਣੇ ਟੇਬਲ ਨੂੰ ਨਾਮ ਦੇਣਾ ਹੈ। ਇਸ ਨਾਮ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਚੇਂਜ ਵੀ ਕਰ ਸਕਦੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਫਿਨਿਸ਼ 'ਤੇ ਕਲਿੱਕ ਕਰ ਦੇਵਾਂਗੇ ਤਾਂ ਵਿਜ਼ਾਰਡ ਦਾ ਸਟੈਪ ਪੂਰੇ ਹੋ ਜਾਣਗੇ ਅਤੇ ਜਿਸ ਦੇ ਨਾਲ ਅਸੀਂ ਇਸ ਟੇਬਲ ਨੂੰ ਕ੍ਰੀਏਟ ਕਰ ਲਵਾਂਗੇ। ਇਸ ਤੋਂ ਅੱਗੇ ਹੈ ਕ੍ਰੀਏਟ ਟੇਬਲ ਬਾਈ ਐਂਟਰਿੰਗ ਡਾਟਾ। ਤਾਂ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ ਇਸ ਚਿੱਤਰ ਦੇ ਵਿੱਚ ਦਿਖਾਏ ਅਨੁਸਾਰ ਕ੍ਰੀਏਟ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਨੀਚੇ ਇਸ ਤਰ੍ਹਾਂ ਦੀ ਵਿੰਡੋ ਨਜ਼ਰ ਆਵੇਗੀ ਜਿਸ ਦੇ ਵਿੱਚ ਐਡ ਨਿਊ ਫੀਲਡ ਲਿਖਿਆ ਹੋਇਆ ਹੈ। ਐਡ ਨਿਊ ਫੀਲਡ ਦੇ ਵਿੱਚ ਜਾ ਕੇ ਅਸੀਂ ਫੀਲਡ ਫਿਲ ਕਰ ਦੇਵਾਂਗੇ। ਜਿਵੇਂ ਪਹਿਲਾ ਟੇਬਲ ਦੇ ਵਿੱਚ 4 ਫੀਲਡ ਬਣੇ ਹੋਏ ਸੀ, ਇੰਪਲੋਈ, ਪ੍ਰੋਡਕਟ, ਪ੍ਰਾਈਸ, ਸੇਲਸ ਨੰਬਰ, ਤਾਂ ਇਸੇ ਤਰ੍ਹਾਂ ਇਸ ਦੇ ਵਿੱਚ ਵੀ ਅਸੀਂ ਫੀਲਡ ਐਡ ਕਰਦੇ ਜਾਵਾਂਗੇ। ਤਾਂ ਇਸ ਤੋਂ ਬਾਅਦ ਅਗਲੀ ਸਕਰੀਨ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਫੀਲਡ ਐਡ ਕਰਨੇ ਨੇ ਤਾਂ ਕੀ ਕਰਨਾ ਹੈ, ਪਹਿਲੇ ਫੀਲਡ ਨੰਬਰ ਦੇ ਉੱਪਰ ਇਸ ਦੇ ਉੱਪਰ ਤੁਸੀਂ ਇਸ ਫੀਲਡ ਦੇ ਵਿੱਚ ਫੀਲਡ ਨੇਮ ਭਰ ਕੇ ਐਂਟਰ ਪ੍ਰੈਸ ਕਰ ਦੇਣਾ ਹੈ। ਐਂਟਰ ਪ੍ਰੈਸ ਕਰਨ ਤੋਂ ਬਾਅਦ ਅੱਗੇ ਫੀਲਡ ਐਡ ਹੁੰਦੇ ਜਾਣਗੇ। ਤਾਂ ਇਸ ਤਰ੍ਹਾਂ ਦੇ ਨਾਲ ਤੁਸੀਂ ਕਿੰਨੇ ਵੀ ਫੀਲਡ ਐਡ ਕਰ ਸਕਦੇ ਹੋ। ਅੱਗੇ ਅਸੀਂ ਦੇਖਦੇ ਹਾਂ ਕੁਝ ਜ਼ਰੂਰੀ ਗੱਲਾਂ ਜੋ ਮੈਂ ਤੁਹਾਨੂੰ ਇਸ ਸੈਸ਼ਨ ਵਿੱਚ ਆਪਣੇ ਇਸ ਟੇਬਲ ਕੰਪੋਨੈਂਟਸ ਅਤੇ ਟੇਬਲ ਦਾ ਜੋ ਮੇਰਾ ਉਪ ਵਿਸ਼ਾ ਸੀ ਉਸ ਦੇ ਵਿੱਚ ਮੈਂ ਤੁਹਾਨੂੰ ਦੱਸੀਆਂ ਹਨ। ਉਸ ਦੇ ਨਾਲ ਹੀ ਸੰਬੰਧਿਤ ਕੁਝ ਜ਼ਰੂਰੀ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। MS ਐਕਸੈਸ ਵਿੱਚ ਟੇਬਲ ਰੋ ਅਤੇ ਕਾਲਮ ਦਾ ਗ੍ਰਿਡ ਹੁੰਦਾ ਹੈ। ਟੇਬਲ 3 ਤਰੀਕਿਆਂ ਨਾਲ ਬਣਾਇਆ ਜਾਂਦਾ ਹੈ, ਇਹ ਯਾਦ ਰੱਖਣੀ ਹੈ ਤੁਸੀਂ ਗੱਲ। ਬਹੁਤ ਸਾਰੇ ਟੇਬਲਾਂ ਦਾ ਸਮੂਹ ਡਾਟਾਬੇਸ ਅਖਵਾਉਂਦਾ ਹੈ। MS ਐਕਸੈਸ ਇੱਕ ਡਾਟਾਬੇਸ ਹੀ ਹੈ ਜਿਸ ਦੇ ਵਿੱਚ ਅਸੀਂ ਟੇਬਲ ਬਣਾਉਂਦੇ ਹਾਂ। ਬਹੁਤ ਸਾਰੇ ਟੇਬਲ ਬਣਾਉਂਦੇ ਜਾਂਦੇ ਹਾਂ ਤਾਂ ਪੂਰਾ ਇੱਕ ਡਾਟਾਬੇਸ ਤਿਆਰ ਹੋ ਜਾਂਦਾ ਹੈ। ਤੀਸਰਾ ਪੁਆਇੰਟ ਹੈ, ਇੱਕ ਰੋ ਵਿੱਚ ਦਿੱਤਾ ਹੋਇਆ ਡਾਟਾ ਇੱਕ ਰਿਕਾਰਡ ਬਣ ਜਾਂਦਾ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ। ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ, ਨੋਟ ਦਿੱਤਾ ਹੋਇਆ ਹੈ। ਮੈਂ ਨੋਟ ਦੇ ਵਿੱਚ ਤੁਹਾਨੂੰ ਕੀ ਸਮਝਾ ਰਹੀ ਹਾਂ, ਤੁਸੀਂ ਹੁਣ ਤੱਕ ਟੇਬਲ ਕਿਵੇਂ ਬਣਾਉਣਾ ਹੈ ਉਸ ਦੀਆਂ 3 ਵਿਧੀਆਂ ਸਿੱਖੀਆਂ ਹਨ। ਮੈਂ ਪਹਿਲਾਂ ਵੀ ਇਹ ਗੱਲ ਆਪਣੇ ਇਸ ਸੈਸ਼ਨ ਵਿੱਚ ਤੁਹਾਨੂੰ ਦੱਸੀ ਹੈ ਕਿ ਮੈਂ ਤੁਹਾਨੂੰ ਟੇਬਲ ਬਣਾਉਣਾ ਕਿਸ ਤਰ੍ਹਾਂ ਹੈ ਉਸ ਦੇ 3 ਤਰੀਕੇ ਸਮਝਾ ਰਹੀ ਹਾਂ। ਉਸ ਦੇ ਵਿੱਚ ਡਾਟਾ ਕਿਵੇਂ ਐਂਟਰ ਕਰਨਾ ਹੈ ਤੁਹਾਨੂੰ ਹਲੇ ਇਹ ਨਹੀਂ ਦੱਸਿਆ ਹੈ। ਇਹ ਮੈਂ ਤੁਹਾਨੂੰ ਆਪਣੀ ਅਗਲੀ ਸਲਾਈਡ ਵਿੱਚ ਦਿਖਾਵਾਂਗੀ ਕਿ ਕਿਸ ਤਰ੍ਹਾਂ ਨਾਲ ਤੁਸੀਂ ਆਪਣੇ ਟੇਬਲ ਵਿੱਚ ਡਾਟਾ ਭਰ ਸਕਦੇ ਹੋ। ਤਾਂ ਇਸ ਵਿੰਡੋ ਵਿੱਚ ਤੁਸੀਂ ਦੇਖ ਰਹੇ ਹੋ ਟੇਬਲ ਆਪਸ਼ਨ ਦੇ ਵਿੱਚ 3 ਇਹ ਤਰੀਕੇ ਸ਼ੋ ਹੋ ਰਹੇ ਹਨ ਜੋ ਮੈਂ ਪਹਿਲਾਂ ਵੀ ਦੱਸੇ ਹਨ, ਆਪਾਂ ਕਰ ਚੁੱਕੇ ਹਾਂ। ਟੇਬਲ 3 ਤਰੀਕਿਆਂ ਨਾਲ ਬਣਦਾ ਹੈ, ਡਿਜ਼ਾਈਨ ਵਿਊ, ਵਿਜ਼ਾਰਡ ਨਾਲ, ਐਂਟਰਿੰਗ ਡਾਟਾ ਨਾਲ। ਇਹਨਾਂ ਤਿੰਨੋਂ ਤਰੀਕਿਆਂ ਦੇ ਨਾਲ ਜਦੋਂ ਅਸੀਂ ਟੇਬਲ ਬਣਾ ਲੈਂਦੇ ਹਾਂ ਤਾਂ ਸਾਰੇ ਟੇਬਲ ਬਣ ਕੇ ਨੀਚੇ ਇੱਥੇ ਸ਼ੋ ਹੋ ਜਾਂਦੇ। ਤਾਂ ਤੁਸੀਂ ਜਿਸ ਵੀ ਟੇਬਲ ਵਿੱਚ ਡਾਟਾ ਫਿਲ ਕਰਨਾ ਹੈ ਉਸ ਟੇਬਲ ਦੀ ਤੁਸੀਂ ਚੋਣ ਕਰਨੀ ਹੈ ਅਤੇ ਉਸ ਵਿੱਚ ਡਾਟਾ ਡਾਇਰੈਕਟ ਹੀ ਐਂਟਰ ਕਰ ਸਕਦੇ ਹੋ। ਜਿਵੇਂ ਤੁਸੀਂ ਇੱਥੇ ਮੰਨ ਲਓ ਕੰਟੈਕਟ ਨਾਮ ਦਾ ਇੱਕ ਟੇਬਲ ਜੋ ਬਣਿਆ ਹੋਇਆ ਹੈ ਉਸ ਨੂੰ ਸਿਲੈਕਟ ਕਰ ਲਿਆ। ਜਦੋਂ ਤੁਸੀਂ ਇਸ ਨੂੰ ਓਪਨ ਕਰੋਗੇ
ਤਾਂ ਤੁਸੀਂ ਇਸ ਵਿੱਚ ਡਾਇਰੈਕਟ ਹੀ ਡਾਟਾ ਐਂਟਰ ਕਰ ਸਕੋਗੇ। ਤਾਂ ਪਿਆਰੇ ਵਿਦਿਆਰਥੀਓ, ਤੁਸੀਂ ਮੇਰੇ ਇਸ ਪ੍ਰਸ਼ਨ ਨੂੰ, ਇਸ ਉਪ ਵਿਸ਼ੇ ਨੂੰ ਧਿਆਨ ਨਾਲ ਸਮਝ ਲਿਆ ਹੋਵੇਗਾ। ਉਮੀਦ ਕਰਦੀ ਹਾਂ ਕਿ ਤੁਸੀਂ ਇਸ ਤੇ ਕੰਮ ਕਰਕੇ ਦੇਖੋਗੇ ਅਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ। ਧੰਨਵਾਦ।